ਹਰ ਗਰੀਬ ਪਰਿਵਾਰ ਵਿੱਚ ਇੱਕ ਇਹੋ ਜਿਹਾ ਸ਼ਖਸ ਜ਼ਰੂਰ ਹੁੰਦਾ ਹੈ ਜੋ ਉਸ ਪਰਿਵਾਰ ਨੂੰ ਗਰੀਬੀ ਚੋਂ ਕੱਢ ਕੇ ਹਾਈ ਕਲਾਸ ਫੈਮਿਲੀ ਵਿੱਚ ਬਦਲ ਸਕਦਾ ਹੈ। ਤੁਹਾਡੀ ਫੈਮਿਲੀ ਵਿੱਚ ਤੁਸੀਂ ਉਹ ਇਨਸਾਨ ਹੋ ਸਕਦੇ ਹੋ। ਨਫ਼ਰਤ ਕਰਨਾ ਉਹਨਾਂ ਮੂਰਖ ਲੋਕਾਂ ਦਾ ਕੰਮ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਹਮੇਸ਼ਾ ਜਿਉਂਦੇ ਰਹਿਣਗੇ। ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਦੁਖੀ ਹੋ, ਕਿੰਨੇ ਉਦਾਸ ਹੋ, ਕਿੰਨੇ ਟੁੱਟ ਚੁੱਕੇ ਹੋ। ਇਸ ਲਈ ਤੁਹਾਡਾ ਕੰਮ ਹਮੇਸ਼ਾ ਇੱਕ ਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਵੀ ਹਾਲਾਤ ਵਿੱਚ ਆਪਣਾ ਕੰਮ ਨਾ ਛੱਡੋ। ਤੁਹਾਨੂੰ ਬਚਪਨ ਵਿੱਚ ਹਰ ਕੋਈ ਪਿਆਰ ਕਰੇਗਾ, ਤੁਹਾਡੇ ਮਰਨ ਤੋਂ ਬਾਅਦ ਤੁਹਾਨੂੰ ਹਰ ਕੋਈ ਪਿਆਰ ਕਰੇਗਾ। ਤੇ ਰਹੀ ਗੱਲ ਵਿਚਲੇ ਸਮੇਂ ਦੀ, ਤਾਂ ਤੁਹਾਨੂੰ ਉਸ ਸਮੇਂ ਖੁਦ ਹੀ ਖੁਸ਼ ਰਹਿਣਾ ਸਿੱਖਣਾ ਪਵੇਗਾ। ਜੇਕਰ ਤੁਸੀਂ ਬਿਨਾਂ ਬੁੱਢੇ ਹੋਏ ਭਵਿੱਖ 'ਚ ਜਿਉਣਾ ਚਾਹੁੰਦੇ ਹੋ ਤਾਂ ਆਪਣਿਆਂ ਤੋਂ ਵੱਡਿਆਂ ਦੇ ਨਾਲ ਸਮਾਂ ਜ਼ਰੂਰ ਬਿਤਾਓ, ਕਿਉਂਕਿ ਅਨੁਭਵ ਉਮਰ ਦੇ ਨਾਲ ਹੀ ਆਉਂਦੇ ਨੇ। ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ, ਇਹ ਸੋਚਣਾ ਤੁਹਾਡਾ ਕੰਮ ਨਹੀਂ ਹੈ। ਜੇਕਰ ਉਹਨਾਂ ਦਾ ਕੰਮ ਤੁਸੀਂ ਕਰ ਰਹੇ ਹੋ ਤਾਂ ਤੁਹਾਡਾ ਕੰਮ ਕੌਣ ਕਰੇਗਾ? ਇਨਸਾਨ ਆਪਣੀਆਂ ਖੁਦ ਦੀਆਂ ਗਲਤੀਆਂ 'ਤੇ ਖੁਦ ਦਾ ਵਕੀਲ ਬਣ ਜਾਂਦਾ ਹੈ, ਪਰ ਦੂਸਰਿਆਂ ਦੀਆਂ ਗਲਤੀਆਂ 'ਤੇ ਜੱਜ ਬਣ ਬੈਠਦਾ ਹੈ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਹਾਰ ਰਹੇ ਹੋ, ਪਰ ਹਕੀਕਤ ਵਿੱਚ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਉਸ ਵਕਤ ਸਫਲਤਾ ਦੇ ਕਿੰਨੇ ਨਜ਼ਦੀਕ ਹੋ। ਉਹਨਾਂ ਲੋਕਾਂ ਦੇ ਸਾਹਮਣੇ ਖੁਸ਼ ਰਹੋ ਜੋ ਤੁਹਾਨੂੰ ਪਸੰਦ ਨਹੀਂ ਕਰਦੇ। ਤੁਹਾਡੀ ਖੁਸ਼ੀ ਉਹਨਾਂ ਨੂੰ ਜਿਉਂਦੇ ਜੀ ਮਾਰ ਦੇਵੇਗੀ। ਪਰੇਸ਼ਾਨੀ ਵਿੱਚ ਕਿਸੇ ਨੂੰ ਸਲਾਹ ਦੀ ਨਹੀਂ, ਬਲਕਿ ਸਾਥ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਬਿਨਾਂ ਮੰਗੇ ਸਲਾਹ ਵੀ ਨਾ ਦਿਓ। ਇਸ ਦੁਨੀਆ ਵਿੱਚ ਸ਼ੀਸ਼ਾ ਹੀ ਇੱਕ ਐਸਾ ਦੋਸਤ ਹੈ ਜੋ ਕਦੇ ਨਹੀਂ ਹੱਸਦਾ ਜਦੋਂ ਤੁਸੀਂ ਰੋ ਰਹੇ ਹੋਵੋ। ਰਿਸ਼ਤਿਆਂ ਨੂੰ ਗਲਤੀਆਂ ਨਹੀਂ, ਬਲਕਿ ਗਲਤ ਫਹਿਮੀਆਂ ਖਤਮ ਕਰ ਦਿੰਦੀਆਂ ਨੇ। ਥੱਲੇ ਡਿੱਗਣ ਵਿੱਚ ਕੋਈ ਸ਼ਰਮ ਨਹੀਂ ਹੈ। ਸ਼ਰਮ ਦੀ ਗੱਲ ਤਾਂ ਫਿਰ ਹੈ ਜਦੋਂ ਤੁਸੀਂ ਡਿੱਗ ਕੇ ਵੀ ਨਹੀਂ ਉੱਠਦੇ। ਜ਼ਿੰਦਗੀ ਬਹੁਤ ਆਸਾਨ ਹੋ ਜਾਵੇਗੀ ਜੇਕਰ ਤੁਸੀਂ ਮਾਫ਼ ਕਰਨਾ ਤੇ ਮਾਫ਼ੀ ਮੰਗਣਾ ਦੋਨੋਂ ਸਿੱਖ ਲਏ। ਜ਼ਿੰਦਗੀ ਦੋ ਪਹੀਏ ਵਾਲੀ ਸਾਈਕਲ ਦੀ ਤਰ੍ਹਾਂ ਹੈ। ਬੈਲੈਂਸ ਉਦੋਂ ਤੱਕ ਹੀ ਰਹੇਗਾ ਜਦੋਂ ਤੱਕ ਤੁਸੀਂ ਚੱਲਦੇ ਰਹੋਗੇ। ਜਿੰਨਾ ਥੋੜ੍ਹਾ ਬੋਲੋਗੇ, ਓਨੇ ਹੀ ਜ਼ਿਆਦਾ ਪ੍ਰਭਾਵਸ਼ਾਲੀ ਤੁਹਾਡੇ ਸ਼ਬਦ ਹੁੰਦੇ ਜਾਣਗੇ। ਕਿਸੇ ਦੀ ਦਇਆ ਤੇ ਅਹਿਸਾਨ ਦੇ ਸਹਾਰੇ ਤੁਸੀਂ ਜ਼ਿੰਦਗੀ ਜ਼ਿਆਦਾ ਦਿਨ ਨਹੀਂ ਜੀ ਸਕਦੇ। ਇਸ ਲਈ ਕਿਸੇ ਤੋਂ ਉਮੀਦ ਕੀਤੇ ਬਿਨਾਂ ਆਪਣੀ ਜ਼ਿੰਦਗੀ ਜਿਉਣਾ ਜਾਰੀ ਰੱਖੋ। ਹਰ ਵਾਰ ਬਹਿਸ ਕਰਨਾ ਹੀ ਇੱਕ ਹੱਲ ਨਹੀਂ ਹੁੰਦਾ। ਤੁਸੀਂ ਸਿੱਧਾ ਇਹ ਵੀ ਕਹਿ ਸਕਦੇ ਹੋ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਉਮੀਦ ਤੇ ਭਰੋਸੇ 'ਚ ਸਭ ਤੋਂ ਵੱਡਾ ਫਰਕ ਇਹੀ ਹੈ ਕਿ ਉਮੀਦ ਟੁੱਟਣ ਨਾਲ ਤੁਸੀਂ ਉੱਭਰ ਸਕਦੇ ਹੋ, ਪਰ ਭਰੋਸਾ ਟੁੱਟਣ ਨਾਲ ਨਹੀਂ। ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਨੂੰ ਤੁਹਾਡੀ ਮਿਹਨਤ ਦੇ ਹਿਸਾਬ ਨਾਲ ਫਲ ਨਹੀਂ ਮਿਲ ਰਿਹਾ, ਤਾਂ ਖੁਦ ਨੂੰ ਇਹ ਚੀਜ਼ ਜ਼ਰੂਰ ਯਾਦ ਕਰਾਓ ਕਿ ਹਾਲੇ ਵੀ ਕੁਝ ਇਹੋ ਜਿਹੀ ਕਮੀ ਹੈ ਜੋ ਤੁਹਾਡੀ ਮਿਹਨਤ ਵਿੱਚ ਰਹਿ ਰਹੀ ਹੈ। ਜੇਕਰ ਤੁਹਾਡਾ ਬਚਪਨ ਯਾਦਗਾਰ ਨਹੀਂ ਰਿਹਾ ਤਾਂ ਆਪਣੇ ਤੋਂ ਛੋਟਿਆਂ ਦਾ ਬਚਪਨ ਯਾਦਗਾਰ ਬਣਾਓ, ਕਿਉਂਕਿ ਜਿਸ ਤਰ੍ਹਾਂ ਤੁਹਾਡੇ ਕੋਲ ਇੱਕ ਹੀ ਬਚਪਨ ਸੀ, ਉਸੇ ਤਰ੍ਹਾਂ ਉਹਨਾਂ ਕੋਲ ਵੀ ਇੱਕ ਹੀ ਬਚਪਨ ਹੈ। ਬੁੱਢੇ ਹੋਣ 'ਤੇ ਇੱਕ ਗੱਲ ਦੀ ਸ਼ਾਂਤੀ ਜ਼ਰੂਰ ਹੁੰਦੀ ਹੈ ਕਿ ਅਸੀਂ ਜਵਾਨੀ ਵਿੱਚ ਨਹੀਂ ਮਰ ਰਹੇ। ਕਿਤੇ ਕਿਤੇ ਸਭ ਕੁਝ ਹਾਸਲ ਕਰਨ ਦੇ ਲਈ ਸਭ ਕੁਝ ਗਵਾਉਣਾ ਪੈਂਦਾ ਹੈ। ਜਿੰਨਾ ਤੁਸੀਂ ਆਪਣੀ ਟੈਨਸ਼ਨ ਨੂੰ ਸੀਰੀਅਸਲੀ ਲੈਂਦੇ ਹੋ, ਓਨਾ ਸੀਰੀਅਸਲੀ ਤੁਹਾਡੀ ਟੈਨਸ਼ਨ ਨੂੰ ਕੋਈ ਨਹੀਂ ਲੈਂਦਾ।
ਤੇ ਇਸ ਲਈ ਤੁਹਾਨੂੰ ਵੀ ਟੈਨਸ਼ਨ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ, ਕਿਉਂਕਿ ਟੈਨਸ਼ਨ ਲੈਣ ਨਾਲ ਨੈਗੇਟਿਵ ਪ੍ਰਭਾਵ ਤੁਹਾਡੇ ਤੇ ਹੀ ਪਵੇਗਾ। ਜੇਕਰ ਤੁਸੀਂ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਡੀ ਸੋਚ ਸਮੱਸਿਆ ਦੀ ਬਜਾਏ ਉਸ ਨੂੰ ਹੱਲ ਕਰਨ ਵਿੱਚ ਕੇਂਦਰਿਤ ਹੋਣੀ ਚਾਹੀਦੀ ਹੈ। ਨਫ਼ਰਤ ਕਰਨ ਵਾਲਿਆਂ ਦੇ ਲਈ ਜ਼ਿੰਦਗੀ ਬਹੁਤ ਛੋਟੀ ਹੈ, ਇਸ ਲਈ ਨਫ਼ਰਤ ਕਰਨ ਦੀ ਬਜਾਏ ਆਪਣੇ ਕੰਮ 'ਤੇ ਧਿਆਨ ਦੇਣਾ ਹੀ ਬਿਹਤਰ ਹੈ। ਜੇਕਰ ਤੁਸੀਂ ਪਹਿਲੀ ਵਾਰ 'ਚ ਸਫਲ ਨਹੀਂ ਹੋ ਰਹੇ ਤਾਂ ਤੁਹਾਡੇ ਤੇ ਮਹਾਨ ਲੋਕਾਂ ਵਿੱਚ ਬਹੁਤ ਵੱਡੀ ਸਮਾਨਤਾ ਹੈ, ਕਿਉਂਕਿ ਉਹ ਵੀ ਪਹਿਲੀ ਵਾਰ ਵਿੱਚ ਸਫਲ ਨਹੀਂ ਹੋਏ ਸੀ। ਭਾਵੇਂ ਤੁਸੀਂ ਅੱਜ ਕਿੰਨੇ ਹੀ ਪੈਸੇ ਕਮਾ ਰਹੇ ਹੋਵੋ, ਪਰ ਤੁਹਾਨੂੰ ਆਪਣੇ ਬੁਢਾਪੇ ਦੇ ਲਈ ਪੈਸੇ ਜ਼ਰੂਰ ਬਚਾ ਕੇ ਰੱਖਣੇ ਚਾਹੀਦੇ ਨੇ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਤੁਸੀਂ ਆਪਣੀ ਖੁਸ਼ੀ ਦੇ ਮਾਲਕ ਸਿਰਫ ਆਪ ਹੀ ਹੋ। ਮਾਫ਼ ਕਰਨਾ ਸਿੱਖੋ। ਸਿਰਫ ਉਹੀ ਮਾਫ਼ ਕਰ ਸਕਦਾ ਹੈ ਜੋ ਸਹੀ ਹੁੰਦਾ ਹੈ, ਤੇ ਆਪਣੇ ਇਸ ਸਹੀ ਹੋਣ ਨੂੰ ਮਾਫ਼ ਨਾ ਕਰਕੇ ਗਲਤ ਨਾ ਠਹਿਰਾਓ। ਕਿਤੇ ਵੀ ਕਿਸੇ ਮੂਰਖ ਵਿਅਕਤੀ ਵਿੱਚ ਕਮੀ ਨਾ ਕੱਢੋ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਤੁਹਾਡੇ ਨਾਲ ਨਫ਼ਰਤ ਕਰੇਗਾ। ਪਰ ਕਿਸੇ ਸਮਝਦਾਰ ਵਿਅਕਤੀ ਵਿੱਚ ਕਮੀ ਕੱਢਣ 'ਤੇ ਉਹ ਤੁਹਾਨੂੰ ਨਫ਼ਰਤ ਕਰਨ ਦੀ ਬਜਾਏ ਤੁਹਾਨੂੰ ਸ਼ੁਕਰੀਆ ਕਹੇਗਾ, ਧੰਨਵਾਦ ਕਰੇਗਾ। ਇਸ ਦੁਨੀਆ ਦੀਆਂ ਸਭ ਤੋਂ ਸੁੰਦਰ ਚੀਜ਼ਾਂ ਨੂੰ ਦੇਖਿਆ ਤੇ ਛੂਹਿਆ ਨਹੀਂ ਜਾ ਸਕਦਾ, ਉਹਨਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਕਿਸੇ ਇਨਸਾਨ ਨੂੰ ਅਸਲ ਵਿੱਚ ਜੇਕਰ ਜਾਣਨਾ ਹੈ ਤਾਂ ਉਸ ਨੂੰ ਕੇਵਲ ਇਹ ਕਹਿ ਦਿਓ ਕਿ ਮੈਂ ਹੁਣ ਸਮੱਸਿਆ ਵਿੱਚ ਹਾਂ। ਕੋਈ ਇਕੱਲਾ ਰਹਿੰਦਾ ਹੈ ਤੇ ਕੋਈ ਇਕੱਲਾ ਰਹਿ ਜਾਂਦਾ ਹੈ। ਇੱਕ ਬਚਪਨ ਸੀ ਕਿ ਐਤਵਾਰ ਨੂੰ ਬਹੁਤ ਸਕੂਨ ਮਿਲਦਾ ਸੀ, ਤੇ ਹੁਣ ਹੈ ਕਿ ਉਸ ਵਿੱਚ ਵੀ ਮਿਲਾਵਟ ਹੋ ਗਈ ਹੈ। ਕਾਸ਼ ਥੋੜ੍ਹਾ ਵਕਤ ਵੀ ਹੁੰਦਾ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਕੋਲ ਰਿਸ਼ਤੇ ਤਾਂ ਹੈਗੇ ਨੇ, ਪਰ ਰਿਸ਼ਤਿਆਂ ਲਈ ਸਮਾਂ ਨਹੀਂ ਹੈ। ਜੀਵਨ ਦੀ ਸਭ ਤੋਂ ਜ਼ਰੂਰੀ ਸਿੱਖਿਆ ਕਿਤੇ ਵੀ ਕਿਤਾਬਾਂ ਤੋਂ ਨਹੀਂ ਮਿਲਦੀ। ਜੇਕਰ ਤੁਹਾਨੂੰ ਆਪਣੇ ਜੀਵਨ ਦਾ ਕੋਈ ਟੀਚਾ ਨਜ਼ਰ ਨਹੀਂ ਆਉਂਦਾ ਤਾਂ ਤੁਸੀਂ ਸਿਰਫ ਖੁਸ਼ ਰਹਿਣਾ ਸਿੱਖ ਲਵੋ। ਯੋਧਾ ਸਿਰਫ ਜਿੱਤਣ ਵਾਲਿਆਂ ਨੂੰ ਹੀ ਨਹੀਂ ਬੋਲਿਆ ਜਾਂਦਾ, ਯੋਧਾ ਉਸ ਨੂੰ ਵੀ ਕਿਹਾ ਜਾਂਦਾ ਜੋ ਲੜਦਾ ਹੈ। ਮੁਸ਼ਕਲਾਂ ਇੱਕ ਪਹਾੜ ਦੀ ਤਰ੍ਹਾਂ ਨੇ, ਜਦੋਂ ਤੁਸੀਂ ਹਰ ਮੁਸ਼ਕਲ ਦਾ ਸਾਹਮਣਾ ਕਰਦੇ ਉੱਥੋਂ ਤੱਕ ਪਹੁੰਚ ਜਾਓਗੇ ਤਾਂ ਚਾਰੇ ਪਾਸਿਆਂ ਦੇ ਨਜ਼ਾਰੇ ਦਾ ਆਨੰਦ ਲੈ ਪਾਓਗੇ। ਕੋਈ ਤੁਹਾਡੀ ਨਿੰਦਿਆ ਕਰੇ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ, ਕਿਉਂਕਿ ਤੁਹਾਨੂੰ ਮੁਫ਼ਤ ਵਿੱਚ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਸਾਡਾ ਖੁਦ ਅਸਲ ਰੂਪ ਸਾਨੂੰ ਕਿਤੇ ਮਿਲਦਾ ਨਹੀਂ ਹੈ, ਬਲਕਿ ਬਣਾਉਣਾ ਪੈਂਦਾ ਹੈ। ਤੁਹਾਨੂੰ ਇਹ ਤਾਂ ਪਤਾ ਹੈ ਤੁਹਾਡਾ ਇਹ ਰਸਤਾ ਬੰਦ ਹੈ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਸ ਸਮੇਂ ਕਿੰਨੇ ਹੋਰ ਰਸਤੇ ਖੁੱਲ੍ਹੇ ਨੇ। ਹਮੇਸ਼ਾ ਉਹ ਕੰਮ ਕਰੋ ਜੋ ਸਹੀ ਹੈ, ਉਹ ਨਾ ਕਰੋ ਜੋ ਸੌਖਾ ਹੈ। ਜੇਕਰ ਤੁਹਾਡੇ ਕੋਲ ਉਹਨਾਂ ਕੰਮਾਂ ਨੂੰ ਕਰਨ ਦਾ ਸਮਾਂ ਨਹੀਂ ਜੋ ਸਹੀ ਹੈ, ਤਾਂ ਘੱਟੋ ਘੱਟ ਉਹਨਾਂ ਕੰਮਾਂ ਨੂੰ ਨਾ ਕਰੋ ਜੋ ਗਲਤ ਹੈ। ਦੂਸਰਿਆਂ ਤੋਂ ਅਲੱਗ ਹੋਣ ਦਾ ਮਤਲਬ ਗਲਤ ਹੋਣਾ ਨਹੀਂ ਹੈ। ਯਾਦਾਂ ਦੇ ਨਾਲ ਮਰੋ, ਨਾ ਕਿ ਇਰਾਦਿਆਂ ਦੇ ਨਾਲ। ਪੁਰਾਣੀਆਂ ਚਾਬੀਆਂ ਦੇ ਨਾਲ ਨਵੇਂ ਜਿੰਦਰੇ ਨਹੀਂ ਖੁੱਲ੍ਹਦੇ। ਆਰਾਮ ਕਰਨਾ ਤੇ ਕੁਝ ਸਮਾਂ ਬ੍ਰੇਕ ਲੈਣਾ ਤਾਂ ਇੱਕ ਆਪਸ਼ਨ ਹੋ ਸਕਦੀ ਹੈ, ਪਰ ਘੁਟਨੇ ਟੇਕ ਲੈਣਾ ਤੇ ਹਾਰ ਹੀ ਮੰਨ ਲੈਣਾ ਕੋਈ ਆਪਸ਼ਨ ਨਹੀਂ ਹੋਣੀ ਚਾਹੀਦੀ। ਜੀਵਨ 'ਚ ਇਹ ਦੋ ਸ਼ਬਦਾਂ ਨੂੰ ਜੇਕਰ ਤੁਸੀਂ ਸਹੀ ਸਮੇਂ 'ਤੇ ਕਹਿਣਾ ਸਿੱਖ ਲਿਆ ਤਾਂ ਕਿਤੇ ਪਛਤਾਵਾ ਨਹੀਂ ਹੋਵੇਗਾ। ਪਹਿਲਾ ਯੈਸ ਤੇ ਦੂਸਰਾ ਨੋ। ਤੁਸੀਂ ਚਾਹੋ ਤਾਂ ਦਿਆਲੂ ਹੋ ਸਕਦੇ ਹੋ,
ਕਿਉਂਕਿ ਦਿਆਲੂ ਹੋਣ ਦਾ ਪਛਤਾਵਾ ਤੁਹਾਨੂੰ ਕਦੇ ਨਹੀਂ ਹੋਵੇਗਾ। ਸੁਪਨੇ ਸੱਚ ਕਰਨ ਦਾ ਸਭ ਤੋਂ ਪਹਿਲਾ ਕਦਮ ਹੈ ਸੁਪਨੇ ਦੇਖਣਾ। ਔਖੇ ਦਿਨਾਂ ਦੀ ਪਰਿਭਾਸ਼ਾ ਕੀ ਹੈ? ਉਹ ਦਿਨ ਜੋ ਤੁਹਾਨੂੰ ਮਜ਼ਬੂਤ ਬਣਾਉਂਦੇ ਨੇ। ਜੇਕਰ ਲੋਕ ਤੁਹਾਡੇ ਟੀਚਿਆਂ ਤੇ ਹੱਸ ਨਹੀਂ ਰਹੇ, ਇਸ ਦਾ ਮਤਲਬ ਹੈ ਕਿ ਤੁਹਾਡੇ ਟੀਚੇ ਬਹੁਤ ਛੋਟੇ ਨੇ। ਜ਼ਿੰਦਗੀ ਦਾ ਮਤਲਬ ਖੁਦ ਨੂੰ ਲੱਭਣਾ ਨਹੀਂ ਹੈ, ਜ਼ਿੰਦਗੀ ਦਾ ਅਸਲੀ ਮਤਲਬ ਤਾਂ ਖੁਦ ਨੂੰ ਬਣਾਉਣਾ ਹੈ। ਤਕਲੀਫ ਉਹਨਾਂ ਲੋਕਾਂ ਤੋਂ ਨਹੀਂ ਹੁੰਦੀ ਜੋ ਸਾਥ ਨਹੀਂ ਦਿੰਦੇ, ਤਕਲੀਫ ਤਾਂ ਉਹਨਾਂ ਲੋਕਾਂ ਤੋਂ ਹੁੰਦੀ ਹੈ ਜੋ ਸਾਥ ਦੇਣ ਦਾ ਦਿਖਾਵਾ ਕਰਦੇ ਨੇ। ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।